कल महे बेद अथर बन हुआ, नाउ खुदाई अल्लाह पया। सो जदों कलयुग का समय ਤਾਂ ਅਥਰਵਣ ਵੇਦ ਜਿਹੜਾ ਸੀ ਇਹਨੂੰ ਮੰਨਿਆ ਗਿਆ, ਭਾਵ ਕਿ ਇਹਦਾ ਪ੍ਰਚਾਰ ਪ੍ਰਸਾਰ ਹੋਇਆ। ਇਹਨੂੰ ਮੰਨਣ ਵਾਲੇ ਲੋਕ ਜਿਹੜੇ ਨੇ ਉਹ ਕਾਲੇ ਰੰਗ ਦੇ ਕੱਪੜੇ ਪਹਿਨਦੇ ਨੇ, ਤੇ ਦੂਸਰਾ ਕਾਲੇ ਦਾ ਮਤਲਬ ਸੀ ਹਨੇਰਾ। ਇਸ ਕਲਯੁਗ ਦੇ ਸਮੇਂ ਦੇ ਅੰਦਰ ਪੂਰਾ ਕੂੜ ਦਾ ਹਨੇਰਾ ਹੈ ਚਾਰੇ ਪਾਸੇ। ਹੁਣ ਜਿਵੇਂ ਪਿਛਲਿਆਂ ਯੁੱਗਾਂ ਦੇ ਵਿੱਚ ਜ਼ਿਕਰ ਆਇਆ ਕਿ ਸਮੇਂ-ਸਮੇਂ ਤੇ ਅਵਤਾਰ ਹੋਏ, ਉਹਨਾਂ ਦਾ ਨਾਮ ਉਸ ਵੇਦ ਨਾਲ ਜੁੜਦਾ। ਜਦੋਂ ਕਲਯੁਗ ਦੇ ਅੰਦਰ ਅਥਰਵਣ ਵੇਦ ਹੋਇਆ ਤਾਂ ਨਾਉ ਖੁਦਾਈ ਅੱਲੋਂ ਪਿਆ। ਹੁਣ ਅੱਲਾਹ ਸ਼ਬਦ ਜਿਹੜਾ ਹੈ ਉਹਦੇ ਅੱਗੇ ਐੜਾ ਹੈ, ਤੇ ਅਥਰਵਣ ਵੇਦ ਦੇ ਅੱਗੇ ਵੀ ਐੜਾ ਹੈ। ਉਸ ਖੁਦਾ ਦਾ ਨਾਮ ਅੱਲਾਹ ਅੱਲਾਹ ਕਰਕੇ ਇਹ ਸੰਸਾਰ ਦੇ ਉੱਤੇ ਉਹ ਪ੍ਰਗਟ ਹੋ ਗਿਆ। ਕਿਸੇ ਯੁੱਗ 'ਚ ਕ੍ਰਿਸ਼ਨ ਦੀ ਜੈ ਜੈਕਾਰ ਹੈ, ਕਿਸੇ ਯੁੱਗ 'ਚ ਰਾਮ ਦੀ ਜੈ ਜੈਕਾਰ ਹੈ, ਕਿਸੇ ਯੁੱਗ 'ਚ ਅੰਸਾ ਅਵਤਾਰ ਸਿਤੰਬਰ ਦੀ ਜੈ ਜੈਕਾਰ ਹੈ। ਕਲਯੁਗ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਦੋਂ ਸਮਾਂ ਸੀ ਤਾਂ ਉਸ ਵਕਤ ਜ਼ਿਆਦਾ ਬੋਲਬਾਲਾ ਜਿਹੜਾ ਸੀ ਇਸ ਧਰਤੀ ਤੇ ਇਸਲਾਮ ਦਾ ਸੀ। ਅੱਲਾ ਅੱਲਾ ਦੀਆਂ ਕੂਕਾਂ ਆਉਂਦੀਆਂ ਸੀ। ਹਾਲਾਂਕਿ ਉਹ ਅੱਲਾ ਸ਼ਬਦ ਜਾਂ ਖੁਦਾ ਕਲਯੁਗ ਦਾ ਅਵਤਾਰ ਨਹੀਂ, ਕਲਯੁਗ ਤੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਨੇ, ਪਰ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਨਹੀਂ ਕਰ ਰਹੇ। ਹੁਣ ਆਪਣੇ ਖੁਦ ਨਹੀਂ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਕਦੀ ਵੀ ਜ਼ਿਕਰ ਕਰਨਗੇ, ਨਾ ਗੁਰੂ ਨਾਨਕ ਪਾਤਸ਼ਾਹ ਨੇ ਕਦੀ ਕਿਹਾ ਕਿ ਮੈਂ ਅਵਤਾਰ ਹਾਂ, ਮੈਂ ਅਕਾਲ ਪੁਰਖ ਦਾ ਰੂਪ ਹਾਂ। ਨਹੀਂ, ਗੁਰੂ ਨਾਨਕ ਪਾਤਸ਼ਾਹ ਨੇ ਤੇ ਕਿਤੇ ਆਪਣੇ ਆਪ ਨੂੰ ਉਦਾਸ ਕਿਹਾ, ਕਿਤੇ ਇਸ ਤਰ੍ਹਾਂ ਕਿਹਾ ਮੈਂ ਬਹੁਤ ਨੀਚ ਹਾਂ, ਕਿਤੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਸੰਸਾਰ ਦੇ ਅੰਦਰ ਜੋ ਦਾਸਾ ਭਾਵ ਵਾਲੇ ਸ਼ਬਦ ਸੀ ਉਹ ਵਰਤੇ ਆਪਣੇ ਪ੍ਰਤੀ। ਪਰ ਖੈਰ ਇੱਥੇ ਜੋ ਇਸ਼ਾਰਾ ਇਹ ਕਿ ਕਲਯੁਗ ਦੇ ਅੰਦਰ ਅਵਤਾਰ ਗੁਰੂ ਨਾਨਕ ਪਾਤਸ਼ਾਹ, ਪਰ ਜੋ ਬੋਲਬਾਲਾ ਚੱਲਦਾ ਸੀ ਉਹ ਅੱਲਾ ਅੱਲਾ, ਖੁਦਾ ਖੁਦਾ, ਤੁਰਕੀ ਭਾਸ਼ਾ ਚੱਲਦੀ ਸੀ। ਤੁਰਕ ਸਾਰੇ ਪਾਸੇ ਫੈਲੇ ਹੋਏ ਸਨ, ਇਸਲਾਮ ਸਾਰੇ ਪਾਸੇ ਚੱਲਦਾ ਪਿਆ ਸੀ। ਤਾਂ ਅੱਲਾਹ ਭਇਆ ਸਾਰੇ ਪਾਸੇ ਅੱਲਾ ਅੱਲਾ ਚੱਲਦਾ। ਹਰ ਇੱਕ ਮਨੁੱਖ ਜਿਹੜਾ ਆਪਣੇ ਧਰਮ ਨੂੰ ਛੱਡ ਕੇ ਇਸਲਾਮ ਨੂੰ ਗ੍ਰਹਿਣ ਕਰਦਾ ਪਿਆ ਹੈ। ਤਾਂ ਦਾਤਾਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਿਰ ਸਮਾਂ ਕਿਸ ਤਰ੍ਹਾਂ ਦਾ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਤੁਰਕਾਂ ਦੇ ਵਿੱਚ ਜਿਹੜੇ ਪਠਾਨ ਨੇ ਅਮਲ ਕੀਆ, ਉਹਨਾਂ ਨੇ ਇਹ ਧਰਮ ਜਿਹੜਾ ਸੀ ਉਹਨੂੰ ਅਪਣਾਇਆ, ਅਮਲ ਕੀਤਾ ਇਹਦੇ ਉੱਤੇ। ਬਾਕੀ ਵੀ ਸਾਰੇ ਤੁਰਕ ਕਰਦੇ, ਪਰ ਪਠਾਣਾਂ ਦਾ ਜ਼ਿਆਦਾ ਜਿਹੜਾ ਸੀ ਉਹ ਬੋਲਬਾਲਾ ਜ਼ਿਆਦਾਤਰ ਉਹਨਾਂ ਨੇ ਕਿਹਾ ਸੀ ਖੁਦਾ ਦੇ ਹੁਕਮ ਤੇ ਪਹਿਰਾ ਦੇਣਾ ਤੇ ਅਸੀਂ ਸਾਰੇ ਲੋਕ ਜਿਹੜੇ ਨੇ ਇਹਨਾਂ ਨੂੰ ਮੁਸਲਮਾਨ ਬਣਾ ਦੇਣਾ ਹੈ। ਸੋ ਇਸ ਤਰ੍ਹਾਂ ਮੁਸਲਮਾਨਾਂ ਦੇ ਵਿੱਚੋਂ ਜਿਹੜੇ ਪਠਾਨ ਸਨ ਉਹਨਾਂ ਨੇ ਜਿਵੇਂ ਕਹਿ ਲਓ ਕਸਮ ਖਾਧੀ ਜਾਂ ਆਪਣੇ ਰਾਜਿਆਂ ਦੇ ਦਰਬਾਰਾਂ 'ਚ ਬੀੜੇ ਚੁੱਕ ਲਏ। ਤਾਂ ਨੀਲ ਬਸਤਰਲੇ ਕੱਪੜੇ ਪਹਿਰੇ, ਜਿਵੇਂ ਪਿਛਲੇ ਯੁੱਗਾਂ 'ਚ ਕੋਈ ਚਿੱਟੇ ਕੱਪੜੇ ਪਾਉਂਦਾ ਸੀ, ਕੋਈ ਪੀਲੇ ਪਾਉਂਦਾ ਸੀ, ਕੋਈ ਲਾਲ ਪਾਉਂਦਾ ਸੀ। ਕਲਯੁੱਗ ਦੇ ਅੰਦਰ ਜਿਹੜੇ ਤੁਰਕ ਸਨ ਉਹਨਾਂ ਨੇ ਨੀਲੇ ਕੱਪੜੇ ਪਾਏ, ਹਰੇ ਕੱਪੜੇ ਉਹ ਪਾਉਂਦੇ ਸਨ। ਹਰੇ ਨੂੰ ਇੱਥੇ ਨੀਲੇ ਦੇ ਨਾਲ ਸਾਹਿਬ ਜੀ ਨੇ ਇਸ਼ਾਰਾ ਕੀਤਾ। ਇਸਲਾਮ ਨੂੰ ਮੰਨਣ ਵਾਲੇ ਹਰੇ ਕੱਪੜੇ ਪਾਉਂਦੇ। ਤਾਂ ਸਮਾਂ ਐਸਾ ਚੱਲਿਆ ਕਿ ਚੰਗੇ ਚੰਗੇ ਹਿੰਦੂ, ਕੱਟੜ ਹਿੰਦੂ ਵੀ ਜਿਹੜੇ ਆਪਣੇ ਆਪ ਨੂੰ ਅਖਵਾਉਂਦੇ ਸੀ, ਉਹਨਾਂ ਨੇ ਵੀ ਨੀਲ ਬਸਤਰਲੇ ਕੱਪੜੇ ਪਹਿਰੇ। ਉਹਨਾਂ ਵੀ ਨੀਲੇ ਰੰਗ ਦੇ ਵਸਤਰ ਲੈ ਕਰਕੇ ਨਾ, ਪਹਿਲਾਂ ਕੱਪੜਾ ਜਿਹੜਾ ਵਸਤਰ ਹੁੰਦਾ, ਫਿਰ ਉਹਨੂੰ ਜਦੋਂ ਸਿਲਾ ਲਿਆ ਜਾਂਦਾ ਫਿਰ ਉਹ ਇੱਕ ਕੱਪੜਾ ਇਸ ਤਰ੍ਹਾਂ ਬਣ ਜਾਂਦਾ ਵੀ ਇਹ ਮੇਰਾ ਫਲਾਣਾ ਕੱਪੜਾ ਹੈ। ਕੋਈ ਉਹਨੂੰ ਕਮੀਜ਼ ਕਹਿੰਦਾ ਹੈ, ਕੋਈ ਝੱਗਾ ਕਹਿੰਦਾ ਹੈ, ਜਿਸ ਤਰ੍ਹਾਂ ਦਾ ਵੀ ਉਹਨੂੰ ਸਰੀਰ 'ਤੇ ਪਾਉਣ ਲਈ ਆਕਾਰ ਦਿੱਤਾ ਜਾਂਦਾ। ਸੋ ਪਹਿਲਾਂ ਨੀਲੇ ਰੰਗ ਦਾ ਵਸਤਰ ਲਿਆ, ਸਿੱਧਾ ਪਲੇਨ ਜਿਹਨੂੰ ਅਸੀਂ ਕਹਿ ਦਈਏ ਮੀਟਰਾਂ ਵਿੱਚ, ਫਿਰ ਉਹਦਾ ਕੱਪੜਾ ਸਵਾ ਕੇ ਉਹਨੂੰ ਪਹਿਨ ਲੈਂਦੇ ਨੇ। ਤਾਂ ਸਾਹਿਬ ਕਹਿੰਦੇ ਕਲਯੁੱਗ ਦੇ ਅੰਦਰ ਅੱਲਾਹ ਦੀਆਂ ਕੂਕਾਂ ਜਿਹੜੀਆਂ ਉਹ ਚੱਲਦੀਆਂ। ਇਸ ਤਰ੍ਹਾਂ ਇਸ਼ਾਰਾ ਕਰਕੇ ਕਹਿੰਦੇ ਚਾਰੇ ਵੇਦ ਹੋਏ ਸਚਿਆਰ। ਚਾਰੇ ਯੁੱਗਾਂ ਦੇ ਅੰਦਰ ਚਾਰੇ ਵੇਦ ਤੇ ਚਾਰੇ ਵੇਦਾਂ ਦੇ ਅਵਤਾਰ ਤੇ ਚਾਰੇ ਵੇਦਾਂ ਦਾ ਉਪਦੇਸ਼ ਆਪਣੇ ਆਪ ਨੂੰ ਸਚਿਆਰ ਕਹਿ ਰਿਹਾ। ਚਾਰੇ ਵੇਦ ਵੀ ਆਪਣੇ ਆਪ ਨੂੰ ਸਚਿਆਰ ਹੀ ਕਹਿੰਦੇ ਨੇ, ਉਹਨਾਂ ਨੂੰ ਮੰਨਣ ਵਾਲੇ ਵੀ ਆਪਣੇ ਆਪ ਨੂੰ ਸਚਿਆਰ ਕਹਿੰਦੇ, ਉਹਨਾਂ ਦਾ ਉਪਦੇਸ਼ ਕਰਨ ਵਾਲੇ ਵੀ ਆਪਣੇ ਆਪ ਨੂੰ ਸਚਿਆਰ ਕਹਿੰਦੇ ਵੀ ਸਾਡੇ ਗ੍ਰੰਥਾਂ 'ਚ ਸੱਚ ਦਾ ਹੀ ਹੋਕਾ ਹੈ, ਇਸ ਤੋਂ ਜੁਦਾ, ਇਸ ਤੋਂ ਅਲਾਇਦਾ ਕੋਈ ਹੋਕਾ ਨਹੀਂ। ਅਸੀਂ ਸੱਚ ਨੂੰ ਮੰਨਦੇ, ਸੱਚ ਕਹਿੰਦੇ ਹਾਂ, ਸੱਚ ਨੂੰ ਪ੍ਰਚਾਰਦੇ, ਅਸੀਂ ਸੱਚ ਸਰੂਪ ਪਰਮਾਤਮਾ 'ਚ ਅਭੇਦ ਹਾਂ। ਸੋ ਵੇਦ ਵੀ ਆਪਣੇ ਆਪ ਨੂੰ ਸੱਚ ਕਹਿੰਦੇ ਨੇ। ਸਾਡੇ ਅੰਦਰ ਸੱਚ ਦਾ ਪਰਮਾਤਮਾ ਦਾ ਉਪਦੇਸ਼ ਹੈ। ਚਾਰੇ ਵੇਦ ਹੋਏ ਸਚਿਆਰ। ਪਰ ਸਾਹਿਬ ਜੋ ਨਿਚੋੜ ਕੱਢਦੇ ਨੇ ਅਗਾਂਹ ਚੱਲ ਕੇ, ਪੜ੍ਹੇ ਗੁਣਹੇ ਤਿੰਨ ਚਾਰ ਵਿਚਾਰ। ਇਹਨਾਂ ਵੇਦਾਂ ਨੂੰ ਪੜ੍ਹਦੇ ਨੇ,
ਫਿਰ ਇਹਨਾਂ ਵੇਦਾਂ ਦਾ ਵਿਚਾਰ ਕਰਦੇ ਨੇ, 4 ਵਿਚਾਰ ਗੁਣ ਕਮਾਉਂਦੇ ਹਨ। ਫਿਰ ਇਹਨਾਂ ਦੇ ਗੁਣ ਬਾਤਾਂ ਜਿਹੜੀਆਂ ਹਨ ਵੇਦਾਂ ਦੇ ਅੰਦਰ ਜੋ ਗੁਣ ਹੈ ਉਹਨਾਂ ਨੂੰ ਵੀ ਆਪਸ ਦੇ ਵਿੱਚ ਕਥਨ ਕਰਦੇ ਹਨ, ਪੜ੍ਹਦੇ ਨੇ, ਫਿਰ ਆਪਸ ਦੇ ਵਿੱਚ ਗੁਣਾਂ ਦਾ ਵਰਣਨ ਕਰਦੇ ਹਨ। 3 ਭਾਵ ਕਿ ਇਹਨਾਂ ਤਿੰਨ ਦਾ ਅਰਥ 3 ਗਿਣਤੀ ਨਹੀਂ, ਕਿਉਂਕਿ 4 ਵੇਦ ਹਨ। 3 ਦਾ ਅਰਥ ਹੈ ਤਿੰਨਾਂ ਨੂੰ, 4 ਦਾ ਅਰਥ ਹੈ 4 ਸੋਹਣੇ ਤਰੀਕੇ ਦੇ ਨਾਲ ਵਿਚਾਰ ਕਰਦੇ। ਫਿਰ 4 ਵਿਚਾਰ, ਇਹਨਾਂ ਚਾਰਾਂ ਦੀ 4 ਪ੍ਰਕਾਰ ਨਾਲ ਵਿਚਾਰ ਹੈ, ਕਿਉਂਕਿ ਹਰ ਵੇਦ ਦੀ ਆਪਣੀ ਵਿਚਾਰ ਹੈ। ਕੋਈ ਵੇਦ ਕਿਸੇ ਵਿਚਾਰ ਨਾਲ ਚੱਲਦਾ, ਜਿਸ ਤਰ੍ਹਾਂ ਜਿਹੜਾ ਅਥਰਵਣ ਵੇਦ ਹੈ ਉਹਦੇ ਅੰਦਰ ਸਿਰਫ ਕਹਿੰਦੇ ਜੰਤਰਾਂ ਮੰਤਰਾਂ ਦੀ ਵਿਚਾਰ ਹੈ। ਤਾਂ ਹੀ ਜਿਹੜਾ ਸਹੀ ਹਿੰਦੂ ਹੈ ਨਾ ਉਹ ਕਦੀ ਅਥਰਵਣ ਵੇਦ ਦਾ ਪ੍ਰਚਾਰ ਨਹੀਂ ਕਰਦਾ, ਉਹਨੂੰ ਪੜ੍ਹਦਾ ਨਹੀਂ, ਕਿਉਂਕਿ ਉਹਨਾਂ ਦਾ ਮੰਨਣਾ ਇਹਦੇ 'ਚ ਸਿਰਫ ਜਿਵੇਂ ਇਸਲਾਮ ਵਿੱਚ ਜੰਤਰ ਮੰਤਰ ਦਿੱਤੇ ਜਾਂਦੇ ਨੇ, ਅਥਰਵਣ ਵੇਦ ਦੇ ਅੰਦਰ ਸਿਰਫ ਜੰਤਰਾਂ ਮੰਤਰਾਂ ਦਾ ਵਰਣਨ ਹੈ। ਆਹ ਮੰਤਰ ਪੜ੍ਹ ਲਓ, ਉਹਨੂੰ ਵਸ ਕਰ ਲਓ, ਆਹ ਮੰਤਰ ਪੜ੍ਹ ਕੇ ਉਹਦਾ ਘਰ ਉਜਾੜ ਦਿਓ, ਉਹਨੂੰ ਵਸ 'ਚ ਕਰ ਲਓ, ਉਹਨੂੰ ਉਜਾੜ ਦਿਓ, ਉਹਨੂੰ ਆਪਦੇ ਮਗਰ ਲਾ ਲਓ, ਉਹਦਾ ਕੰਮ ਬਣਦਾ ਨਾਸ਼ ਕਰ ਦਿਓ, ਉਹਦਾ ਕੰਮ ਬਣਾ ਦਿਓ। ਆਹ ਸਾਰਾ ਵਹਿਮ ਭਰਮ ਆਡੰਬਰ ਪਖੰਡ ਜਿਹੜਾ ਅਥਰਵਣ ਵੇਦ 'ਚ ਦੱਸਿਆ ਗਿਆ, ਜਿਹਨੂੰ ਅਸੀਂ ਕਹਿ ਦਈਏ ਰੱਜ ਕੇ ਸੰਸਾਰ ਦੇ ਉੱਤੇ ਭਰਮ ਜਾਲ, ਜਿਹਨੂੰ ਅਸੀਂ ਕਹਿ ਦਈਏ ਇਸਲਾਮ ਵਾਲੇ ਇੰਦਰ ਜਾਲ ਕਹਿ ਦਿੰਦੇ ਨੇ, ਬਸ ਇੱਥੇ ਕਹਿ ਦਈਏ ਭਰਮ ਜਾਲ ਸਾਰਾ ਅਥਰਵਣ ਵੇਦ ਦੇ ਅੰਦਰ ਹੈ। ਤਾਂ ਸਾਹਿਬ ਜੀ ਕਹਿੰਦੇ 4 ਪ੍ਰਕਾਰ ਦੇ ਵਿਚਾਰ 4 ਵੇਦਾਂ ਦੇ ਅੰਦਰ, ਫਿਰ 4 ਸੋਹਣੇ ਪ੍ਰਕਾਰ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਪੜ੍ਹਿਆ ਤੇ ਸੋਹਣੇ ਤਰ੍ਹਾਂ ਦੇ ਨਾਲ ਇਹਨਾਂ ਦੇ ਨਾਲ ਵਿਚਾਰ ਕੀਤਾ। ਹੁਣ ਸਿੱਖ ਪੁੱਛਦੇ ਨੇ ਮਹਾਰਾਜ ਤੁਹਾਡੀ ਫਿਲਾਸਫੀ ਫਿਰ ਕੀ ਹੈ? ਇਹ ਤਾਂ ਚਲੋ ਉਹਨਾਂ ਯੁੱਗਾਂ ਦੀ ਗੱਲ ਹੋ ਗਈ, ਗ੍ਰੰਥਾਂ ਨੂੰ ਪੜ੍ਹਨ ਵਾਲਿਆਂ ਦੀ ਗੱਲ ਹੋ ਗਈ, ਬਾਕੀ ਮਹਾਰਾਜ ਜੀ ਜੋ ਗ੍ਰੰਥਾਂ ਦੇ ਵਿੱਚ ਵਰਣਨ ਆਇਆ ਮੰਨਣ ਵਾਲਿਆਂ ਦੀ ਗੱਲ ਹੋ ਗਈ, ਸਮੇਂ ਦੇ ਹਾਲਾਤਾਂ ਦੀ ਗੱਲ ਹੋ ਗਈ। ਸਹੀ ਸ਼ਬਦਾਂ 'ਚ ਕਵਾਂ ਤਾਂ ਦਾਤਾ ਜੀ ਤੁਸੀਂ ਕੀ ਅੱਜ ਦੇ ਸਮੇਂ 'ਚ ਤੁਸੀਂ ਕੀ ਉਪਦੇਸ਼ ਦਿਓਗੇ, ਕੀ ਕਹੋਗੇ ਇਸ ਕਲਯੁੱਗ ਦੇ ਸਮੇਂ 'ਚ? ਤਾਂ ਸਾਹਿਬ ਕਹਿੰਦੇ ਸਹੀ ਉਪਦੇਸ਼ ਤੇ ਇਹ ਨਿਚੋੜ ਇਹੀ ਹੈ ਇਹਨਾਂ ਗ੍ਰੰਥਾਂ 'ਚੋਂ ਜੇ ਕੱਢੀਏ, ਭਾਓ ਭਗਤ ਕਰ ਨੀਚ ਸਦਾਏ, ਕਿ ਸਿਰਫ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਭਾਓ ਪ੍ਰੇਮ ਦੇ ਨਾਲ ਕਰੇ। ਇਹ ਵੀ ਨਹੀਂ ਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਬੱਧਾ ਚੱਟੀ ਵੀ ਨਾ ਕਰੇ। ਦੂਸਰਾ ਇਹ ਹੈ ਗੁਰੂ ਕੀ ਅਕਾਲ ਪੁਰਖ ਦੀ ਭਗਤੀ ਨੂੰ ਸਿਰਫ ਕਹਿ ਲਓ ਜੀਵਨ ਦੇ ਸਵਾਰਥ ਹਿੱਤ ਵੀ ਨਾ ਕਰੇ, ਜਿਹਨੂੰ ਗੁਰੂ ਕੀ ਬਾਣੀ 'ਚ ਬਚਨ ਪੜ੍ਹਦੇ ਹਾਂ ਕਿ ਬਿਪਤ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ, ਕਬੀਰ ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ। ਭਗਤ ਕਬੀਰ ਜੀ ਕਹਿੰਦੇ ਕਾਮ ਪਏ ਤੇ ਜਦੋਂ ਕੋਈ ਲੋੜ ਪੈਂਦੀ ਉਦੋਂ ਪਰਮੇਸ਼ਰ ਨੂੰ ਲੋਕ ਯਾਦ ਕਰਦੇ, ਇਸ ਤਰ੍ਹਾਂ ਰੋਜ਼ ਹੀ ਯਾਦ ਕਰ ਲਿਆ ਕਰ। ਸਵਾਰਥ ਹਿੱਤ ਯਾਦ ਕਰਦੇ ਆ, ਜੇ ਕੋਈ ਲੋੜ ਪੈ ਗਈ ਸੰਸਾਰ ਤੇ, ਮੈਂ ਤਾਂ ਇਹ ਕਹਿਣਾ ਹੁੰਨਾ ਬੰਦੇ ਨੂੰ ਰੱਬ 3 ਥਾਵਾਂ ਤੇ ਬਹੁਤ ਚੇਤੇ ਆਉਂਦਾ ਹੈ। ਇੱਕ ਤੇ ਥਾਣੇ ਦੇ ਵਿੱਚ, ਇੱਕ ਕਚਹਿਰੀ ਦੇ ਵਿੱਚ, ਜਿਵੇਂ ਕਹਿ ਲਓ ਕਚਹਿਰੀ ਜਾਂ ਅਦਾਲਤ ਦੇ ਵਿੱਚ ਖੜਾ ਹੋਵੇ ਉਦੋਂ ਰੱਬ ਬੜਾ ਚੇਤੇ ਆਉਂਦਾ ਇਹਨੂੰ, ਜਾਂ ਫਿਰ ਜਦੋਂ ਹਸਪੀਟਲ ਦੇ ਬੈੱਡ ਤੇ ਪਾਇਆ ਜਾਵੇ ਨਾ, ਜਦੋਂ ਕਹਿ ਦੀ ਹੁਣ ਤੇਰੇ ਬਚਣ ਦੀ ਆਸ ਜੀ ਘੱਟ ਲੱਗਦੀ, ਉਦੋਂ ਫਿਰ ਰੱਬ ਚੇਤੇ ਆਉਂਦਾ, ਉਦੋਂ ਅਰਦਾਸਾਂ ਕਰਦਾ। ਥਾਣੇ ਦੇ ਵਿੱਚ ਖੜਾ ਹੋਵੇ ਉੱਥੇ ਅਰਦਾਸਾਂ ਕਰਦਾ, ਕਚਹਿਰੀ ਕੋਰਟ ਦੇ ਵਿੱਚ ਖੜਾ ਹੋਵੇ ਉੱਥੇ ਅਰਦਾਸਾਂ ਕਰਦਾ, ਅਦਰਵਾਈਜ਼ ਬੰਦੇ ਨੂੰ ਰੱਬ ਚੇਤਾ ਨਹੀਂ ਆਉਂਦਾ ਗਾ। ਸੋ ਖੈਰ ਇਹ ਸਾਰਾ ਕੁਝ ਸਵਾਰਥ ਹਿੱਤ ਹੁੰਦਾ ਵੀ ਮੇਰਾ ਕੇਸ ਨਿਬੜ ਜੇ ਮੈਂ ਪਾਠ ਕਰਾਵਾਂਗਾ, ਕੇਸ ਨਿਬੜ ਗਿਆ ਪਾਠ ਕਰਾ ਲਿਆ ਫਿਰ ਕਿਹੜਾ ਰੱਬ। ਸੋ ਖੈਰ ਸਾਹਿਬ ਜੀ ਕਹਿੰਦੇ ਪਰਮੇਸ਼ਰ ਦੀ ਭਗਤੀ ਭਾਵ ਪ੍ਰੇਮ ਦੇ ਨਾਲ ਕਰੇ ਤੇ ਕਰਕੇ ਨੀਚ ਸਦਾਏ, ਆਪਣੇ ਆਪ ਨੂੰ ਵੱਡਾ ਭਗਤ ਨਾ ਸਦਾਵੇ ਕਿ ਮੈਂ ਬੜੀ ਭਗਤੀ ਕਰਦਾ, ਮੈਂ ਬਹੁਤ ਵੱਡਾ ਭਗਤ ਹਾਂ, ਤੂੰ ਤੇ ਕਰਦਾ ਹੀ ਕੁਛ ਨਹੀਂ, ਤੂੰ ਤੇ ਜਪਦਾ ਹੀ ਕੁਛ ਨਹੀਂ। ਸਾਹਿਬ ਕਹਿੰਦੇ ਗੁਰਮਤਿ ਇਹ ਕਹਿੰਦੀ ਹੈ ਕਿ ਭਾਓ ਭਗਤ ਕਰ ਨੀਚ ਸਦਾਏ, ਪ੍ਰੇਮਾ ਭਗਤੀ ਕਰੇ ਨਿਮਾਣੇਪਣ ਦੇ ਵਿੱਚ ਰਵੇ, ਆਪਣੇ ਆਪ ਨੂੰ ਨੀਚ ਸਦਾਵੇ। ਭਾਵ ਜਿਸ ਤਰ੍ਹਾਂ ਇੱਕ ਰੁੱਖ ਹੈ ਫਲਾਂ ਦੇ ਨਾਲ ਭਰ ਜਾਂਦਾ ਤੇ ਉਹ ਨਿਵ ਜਾਂਦਾ, ਇਸ ਤਰ੍ਹਾਂ ਪ੍ਰੇਮਾ ਭਗਤੀ ਦੇ ਨਾਲ ਭਰ ਕੇ ਨਿਵ ਜਾਵੇ, ਨਿਵ ਚੱਲਣ ਵਾਲੀ ਅਵਸਥਾ ਨੂੰ ਮਾਨੇ। ਤਾਂ ਸਾਹਿਬ ਜੀ ਕਹਿੰਦੇ ਤਉ ਨਾਨਕ ਮੁਖੰਤਰ ਪਾਏ, ਜਿਹੜਾ ਇਸ ਅਵਸਥਾ ਦੇ ਵਿੱਚੋਂ ਗੁਜ਼ਰੇਗਾ ਤਾਂ ਹਜ਼ੂਰ ਦਾਤਾ ਜੀ ਕਹਿੰਦੇ ਮੁਖੰਤਰ ਪਾਏ, ਉਹ ਮੋਖ ਅੰਤਰ ਪਾਏ, ਉਹ ਆਪਣੇ ਅੰਦਰ ਮੁਕਤੀ ਪ੍ਰਾਪਤ ਕਰੇਗਾ। ਤਉ ਤਾਂ ਜਾ ਕਰਕੇ ਉੱਪਰਲਾ ਸਾਰਾ ਭਾਵਰਥ ਸਾਹਿਬ ਜੀ ਕਹਿੰਦੇ ਠੀਕ ਹੈ, ਉਹਨਾਂ ਯੁੱਗਾਂ 'ਚ ਸਾਰੇ ਗ੍ਰੰਥਾਂ ਨੇ ਵੱਖ-ਵੱਖ ਉਪਦੇਸ਼ ਦਿੱਤੇ, ਵੱਖ-ਵੱਖ ਤਰੀਕਿਆਂ ਦੇ ਨਾਲ ਉਹ ਯੁੱਗਾਂ ਦੇ ਅਵਤਾਰ ਰਹਿਬਰ ਜਿਹੜੇ ਉਹ ਜਿਉਂ, ਪਰ ਇਸ ਕਲਯੁੱਗ ਦੇ ਅੰਦਰ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ, ਕਲਯੁੱਗ ਦੇ ਅੰਦਰ ਤੇ ਬਸ ਭਾਉ ਭਗਤ ਕਰ ਨੀਚ ਸਦਾਏ, ਨੀਵੇਂਪਣ ਦੇ ਵਿੱਚ ਰਹੇ। ਤਉ ਨਾਨਕ ਮੋਖ ਅੰਤਰ ਪਾਹੇ,
ਤਾਂ ਦਾਤਾ ਜੀ ਕਹਿੰਦੇ ਜੋ ਇਸ ਤਰ੍ਹਾਂ ਕਰੇਗਾ ਉਹ ਮੁਕਤੀ ਨੂੰ ਪ੍ਰਾਪਤ ਕਰੇਗਾ, ਉਹ ਜੀਵਨ ਮੁਕਤ ਅਵਸਥਾ ਨੂੰ ਮਾਨੇਗਾ। ਉਹ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਉਹ ਸਾਰੇ ਬੰਧਨਾਂ ਤੋਂ ਛੁੱਟ ਜਾਂਦਾ ਹੈ, ਗੁਰੂ ਉਹਦੇ ਬੰਧਨ ਕੱਟਦਾ ਹੈ, ਉਹ ਵਿਸ਼ਿਆਂ ਵਕਾਰਾਂ ਤੋਂ ਪਿਛਾਂਹ ਹਟਦਾ, ਬਚ ਜਾਂਦਾ ਹੈ ਤੇ ਕਰਤੇ ਅਕਾਲ ਪੁਰਖ ਦੇ ਅੰਦਰ ਇੰਜ ਅਭੇਦ ਹੋ ਜਾਂਦਾ ਹੈ। ਜਿਹਨੂੰ ਬਾਣੀ ਅੰਦਰ ਬਚਨ ਪੜ੍ਹਦੇ ਹੋ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹਨੂੰ ਕਲਗੀਧਰ ਪਾਤਸ਼ਾਹ ਬਚਨ ਕਹਿੰਦੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਉਹ ਕਰਤਾ ਪੁਰਖ ਪਰਮੇਸ਼ਰ ਅੰਦਰ ਇੰਜ ਅਭੇਦ ਹੋ ਗਏ। ਉਹਨਾਂ ਦੀ ਬਾਬਤ ਫਿਰ ਸਾਹਿਬ ਨੇ ਬਾਣੀ ਅੰਦਰ ਇਸ ਤਰ੍ਹਾਂ ਬੇਅੰਤ ਬਚਨ ਕਹੇ ਕਿ ਬਹੁਰ ਹਮ ਕਾਹੇ ਆਵਹਿੰਗੇ। ਭਗਤ ਜੀ ਜ਼ਿਕਰ ਕਰਦੇ, ਬਹੁਰ ਹਮ ਕਾਹੇ ਆਵਹਿੰਗੇ, ਆਵਣ ਜਾਣਾ ਹੁਕਮ ਤੇ ਸਹਿਕਾ ਹੁਕਮ ਹੈ ਬੁਝ ਸਮਾਵਹਿੰਗੇ। ਅਸੀਂ ਕਿਉਂ ਆਵਾਂਗੇ ਸੰਸਾਰ ਤੇ? ਕਿਉਂਕਿ ਆਉਣਾ ਤੇ ਜਾਣਾ ਉਹਦੇ ਹੁਕਮ ਦੇ ਅੰਦਰ ਹੈ, ਅਸੀਂ ਉਹਦੇ ਹੁਕਮ ਦੇ ਅੰਦਰ ਸਮਾ ਗਏ ਹਾਂ। ਪਰ ਇਸ ਤਰ੍ਹਾਂ ਸੰਸਾਰ ਦੇ ਉੱਤੇ ਉਹਨਾਂ ਦਾ ਆਉਣਾ ਤੇ ਜਾਣਾ ਖਤਮ ਹੋ ਜਾਂਦਾ ਹੈ। ਜਿਹੜੇ ਭਾਉ ਭਗਤ ਕਰ, ਪ੍ਰੇਮਾ ਭਗਤੀ ਕਰਕੇ ਨੀਚ ਸਦਾਏ, ਨੀਵੇਂਪਣ ਵਿੱਚ ਰਹਿੰਦੇ ਨੇ। ਮਾਫ ਕਰਿਓ ਸ਼ਬਦ ਕਹਾਂ, ਕਈ ਦਫਾ ਘਰ ਦੇ ਵਿੱਚ ਇੱਕ ਬੰਦਾ ਨਿਤਨੇਮ ਕਰਦਾ ਹੋਵੇ ਨਾ, ਤੇ ਜੇ ਉਹ ਸਵੇਰੇ ਉੱਠ ਕੇ ਪੂਰਾ ਵੀ ਨਹੀਂ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ ਨਾ, ਤੇ ਜ਼ਿੰਦਗੀ 'ਚ ਵੇਖਿਆ ਮੈਂ, ਉਹ ਸਾਰੇ ਟੱਬਰ ਨੂੰ ਸਾਰਾ ਦਿਨ ਟਿਕਣ ਨਹੀਂ ਦਿੰਦਾ। ਮੈਂ ਸਵੇਰੇ ਇੰਨੇ ਵਜੇ ਦਾ ਉੱਠਿਆ, ਮੈਂ ਸਵੇਰੇ ਉੱਠ ਕੇ ਪਾਠ ਕੀਤਾ, ਮੈਂ ਸਵੇਰੇ ਉੱਠ ਕੇ ਬਾਣੀ ਪੜ੍ਹੀ, ਤੁਸੀਂ ਇੰਨੇ ਵਜੇ ਉੱਠਦੇ ਹੋ। ਉਹ ਗੱਲ ਕਿੱਧਰ ਦੀ ਹੁੰਦੀ, ਪਰ ਉਹਨੇ ਵਿੱਚ ਲਿਆ ਕੇ ਇਹ ਦੱਸਣਾ ਹੁੰਦਾ। ਦਿਨ 'ਚ ਕਈ ਵਾਰ ਵੀ ਰੋਟੀ ਖਾਣ ਲੱਗਾ ਨਾ, ਉਹਨੇ ਤਾਂ ਵੀ ਕਹਿਣਾ ਟਾਈਮ 'ਤੇ ਰੋਟੀ ਬਣਾ ਲਿਆ ਕਰੋ, ਮੈਂ ਸਵੇਰ ਦਾ ਉੱਠਿਆ, ਮੈਂ ਥੱਕਿਆ ਹੋਇਆ, ਮੈਂ ਆਰਾਮ ਵੀ ਕਰਨਾ ਹੁੰਦਾ। ਜੇ ਚਾਹ ਦਾ ਟਾਈਮ ਹੈ, ਟਾਈਮ 'ਤੇ ਚਾਹ ਲੈ ਆਇਆ ਕਰੋ, ਤੁਹਾਨੂੰ ਪਤਾ ਮੈਂ ਸਵੇਰ ਦਾ ਉੱਠਿਆ ਹੋਇਆ। ਜੇ ਰਾਤ ਨੂੰ ਸੌਣ ਦਾ ਵਕਤ ਆਏਗਾ ਤਾਂ ਵੀ ਸੌਵੇਂ ਭਾਵੇਂ 12 ਵਜੇ, ਕੰਬਲ ਦੇ ਵਿੱਚ ਭਾਵੇਂ ਫੋਨ ਹੀ ਚਲਾਈ ਜਾਵੇ, ਪਰ ਟੱਬਰ ਨੂੰ ਦਾਬਾ ਜ਼ਰੂਰ ਮਾਰੇਗਾ। ਤੁਸੀਂ ਸੌਂਦੇ ਨਹੀਂ, ਤੁਹਾਨੂੰ ਪਤਾ ਨਹੀਂ ਮੈਂ ਸਵੇਰੇ ਉੱਠਣਾ ਹੁੰਦਾ, ਮੈਂ ਸਵੇਰੇ ਉੱਠ ਕੇ ਨਿਤਨੇਮ ਕਰਨਾ ਹੁੰਦਾ, ਤੁਸੀਂ ਤੇ 10 ਵਜੇ ਉੱਠਣਾ। ਸੋ ਇਹ ਜਿਹੜੀ ਅੰਦਰ ਦੀ ਹਉਮੈ ਹੈ ਸਾਡੇ ਅੰਦਰ, ਹਾਲਾਂਕਿ ਇਹ ਸੱਚ ਹੈ। ਜੇ ਅਸੀਂ ਬਾਣੀ ਪੜ੍ਹ ਰਹੇ ਹਾਂ, ਨਾ ਅਸੀਂ ਟੱਬਰ ਤੇ ਅਹਿਸਾਨ ਕਰਦੇ ਹਾਂ, ਨਾ ਅਸੀਂ ਗੁਰੂ ਤੇ ਅਹਿਸਾਨ ਕਰਦੇ। ਦਾਨਿਆਂ ਦਾ ਤਾਂ ਇਸ ਤਰ੍ਹਾਂ ਵੀ ਬਚਨ ਹੈ ਸਿਆਣਿਆਂ ਦਾ ਕਿ ਨਿਤਨੇਮ ਕਰਨਾ ਮੇਰਾ ਫਰਜ਼ ਹੈ, ਨਾ ਕਿ ਮੇਰੇ ਮਨ ਦੀ ਮਰਜ਼ੀ ਹੈ। ਜੇ ਇੰਝ ਕਹਿ ਲਓ, ਨਿਤਨੇਮ ਕਰਨਾ ਮੇਰੇ ਗੁਰੂ ਦਾ ਹੁਕਮ ਹੈ, ਮੈਨੂੰ ਮੇਰੇ ਮਨ ਦੀ ਮਰਜ਼ੀ ਨਹੀਂ ਕਿ ਮੈਂ ਅੱਜ ਕਰਾਂਗਾ ਤੇ ਅੱਜ ਨਹੀਂ। ਮੇਰੇ ਗੁਰੂ ਦਾ ਹੁਕਮ ਹੈ ਤੂੰ ਨਿਤਨੇਮ ਕਰਨਾ ਹੈ। ਦੂਜਾ ਇਹ ਨਹੀਂ ਕਿ ਮੈਂ ਨਿਤਨੇਮ ਕਰਦਾ ਤੇ ਮੈਂ ਪਰਮਾਤਮਾ ਤੇ ਕੋਈ ਅਹਿਸਾਨ ਕਰ ਰਿਹਾ, ਨਹੀਂ, ਅਹਿਸਾਨ ਕੋਈ ਨਹੀਂ, ਮੈਂ ਆਪਣੇ ਭਲੇ ਵਾਸਤੇ ਕਰਦਾ ਪਿਆ। ਸੋ ਤਾਂ ਨੀਚ ਸਦਾਏ, ਤੂੰ ਜੋ ਵੀ ਧਰਮ ਦਾ ਕੰਮ ਕਰਦਾ ਹੈ ਨੀਵਾਂ ਰਿਹਾ ਕਰ। ਜੇ ਪੜ੍ਹਦਾ ਹੈ ਬਾਣੀ ਤੇ ਬਾਣੀ ਪੜ੍ਹ ਕੇ ਤੇਰੇ 'ਚ ਨਿਮਰਤਾ ਨਾ ਆਈ ਤੇ ਤੂੰ ਕੀ ਪੜ੍ਹਿਆ ਹੁਣ ਤੱਕ? ਤਾਂ ਸਾਹਿਬ ਕਹਿੰਦੇ ਜਦੋਂ ਇਸ ਤਰ੍ਹਾਂ ਦੇ ਜੀਵਨ ਵਿੱਚ ਜਿਉਂਦਾ ਤਾਂ ਉਹ ਨਾਨਕ ਮੁਖੰਤਰ ਪਾਏ, ਉਹ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਪੌੜੀ ਦੇ ਅੰਦਰ ਹਜ਼ੂਰ ਦਾਤਾਰ ਪਾਤਸ਼ਾਹ ਜ਼ਿਕਰ ਕਰਦੇ, ਸਤਿਗੁਰ ਵਿਟਹੁ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਪੂਰੇ ਗੁਰੂ ਤੋਂ ਵਿਟਹੁ, ਅਸੀਂ ਆਪਣੇ ਪੂਰੇ ਗੁਰੂ ਤੋਂ ਵਾਰਿਆ, ਮੈਂ ਆਪਣੇ ਪੂਰੇ ਗੁਰੂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ। ਗੁਰੂ ਨਾਨਕ ਪਾਤਸ਼ਾਹ ਉਸ ਅਕਾਲ ਪੁਰਖ ਤੋਂ ਬਲਿਹਾਰ ਨੇ। ਕਿਉਂ? ਕਿਉਂਕਿ ਅਕਾਲ ਪੁਰਖ ਪੂਰਾ ਗੁਰੂ ਗੁਰੂ ਨਾਨਕ ਪਾਤਸ਼ਾਹ ਦਾ। ਹੋਰ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਤੇ ਆ ਕੇ ਕਿਸੇ ਮਨੁੱਖ ਨੂੰ ਗੁਰੂ ਨਹੀਂ ਧਾਰਨ ਕੀਤਾ। ਫਿਰ ਸਾਡੇ ਵੱਲ ਕੀ ਇਸ਼ਾਰਾ ਹੈ ਕਿ ਤੂੰ ਆਪਣੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕੁਰਬਾਨ ਜਾ, ਗੁਰੂ ਨਾਨਕ ਪਾਤਸ਼ਾਹ 10 ਪਾਤਸ਼ਾਹੀਆਂ ਤੋਂ ਕੁਰਬਾਨ ਜਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਵਾਰ ਬਲਿਹਾਰ ਜਾ। ਕਿਉਂਕਿ ਪੂਰਾ ਗੁਰੂ ਜਿਹੜਾ ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਉਂਦਾ ਹੈ। ਪੂਰੇ ਗੁਰੂ ਤੇ ਪਰਮੇਸ਼ਰ ਅੰਦਰ ਕੋਈ ਅੰਤਰ ਨਹੀਂ ਹੈ। ਗੁਰ ਪਰਮੇਸ਼ਰ ਏਕੋ ਜਾਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਸੋ ਇਸ ਤਰ੍ਹਾਂ ਪੂਰਾ ਗੁਰੂ ਜਿਹੜਾ ਗੁਰੂ ਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣਨਾ ਕਰ। ਸੋ ਖੈਰ ਦਾਤਾ ਜੀ ਕਹਿੰਦੇ ਸਤਿਗੁਰ ਵਿਟਹੁ ਵਾਰਿਆ, ਮੈਂ ਆਪਣੇ ਪੂਰੇ ਗੁਰੂ ਤੋਂ ਵਾਰਿਆ, ਬਲਿਹਾਰ ਹਾਂ, ਕੁਰਬਾਨ ਹਾਂ। ਕਿਉਂ? ਜਿਤ ਮਿਲਿਆ ਖਸਮ ਸੰਭਾਲਿਆ। ਜਿਸ ਪੂਰੇ ਗੁਰੂ ਨੂੰ ਮਿਲ ਕਰਕੇ ਉਸ ਖਸਮ ਨੂੰ ਸੰਭਾਲਿਆ, ਉਸ ਖਸਮ ਦੀ ਸਮਝ ਆਈ। ਪੂਰੇ ਗੁਰੂ ਨੇ ਰਾਹ ਦਿੱਤਾ, ਪਰਮਾਤਮਾ ਦੇ ਨਾਲ ਜੁੜ ਗਏ। ਪੂਰੇ ਗੁਰੂ ਨੇ ਰਾਹ ਦਿੱਤਾ, ਅਕਾਲ ਪੁਰਖ ਪਰਮੇਸ਼ਰ ਦੇ ਨਾਲ ਸਾਂਝ ਪੈ ਗਈ। ਕਿਉਂਕਿ ਪੂਰਾ ਗੁਰੂ ਵਿਚੋਲਾ ਹੈ। ਫਿਰ ਮੈਂ ਵੀ ਕਈ ਦਫਾ ਜ਼ਿਕਰ ਕਰਦਾ, ਗੁਰੂ ਕੁਲ ਜੁਗਤ ਹੈ
ਤੇ ਜੁਗਤ ਬਿਨਾ ਕਦੀ ਮੁਕਤ ਨਹੀਂ ਹੈ। ਅਸੀਂ ਬੜਾ ਕੁਝ ਇਕੱਠਾ ਕਰ ਲਈਏ ਪਰ ਪੂਰੇ ਗੁਰੂ ਦੇ ਕੋਲ ਇੱਕ ਜੁਗਤ ਹੈ। ਮੈਂ ਪਿਛਲੇ ਦੀਵਾਨਾਂ ਵਿੱਚ ਵੀ ਆਪ ਨਾਲ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਕਿ ਜਦੋਂ ਨਾਰਦ ਜੀ ਵਿਸ਼ਨੂੰ ਦੇ ਦਰਬਾਰ ਵਿੱਚ ਆਉਂਦੇ ਨੇ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਮਿੱਟੀ ਪੁੱਟ ਕੇ ਜਿਹੜੀ ਬਾਹਰ ਸੁੱਟ ਦਿੱਤੀ ਜਾਂਦੀ ਹੈ ਕਿ ਤੇਰੇ ਕੋਲ ਗੁਰੂ ਕੋਈ ਨਹੀਂ। ਜਦੋਂ ਉਹਨਾਂ ਨੂੰ ਇਹ ਘਟਨਾ ਪਤਾ ਲੱਗੀ, ਇੱਕ ਦਿਨ ਆਏ, ਬੈਠੇ, ਚਲੇ ਗਏ। ਥੋੜ੍ਹੀ ਦੇਰ ਬਾਅਦ ਫਿਰ ਵਾਪਸ ਆ ਗਏ। ਜਦੋਂ ਵੇਖਿਆ ਕਿ ਮਿੱਟੀ ਪੁੱਟੀ ਜਾ ਰਹੀ, ਪੁੱਛਦੇ ਨੇ ਭਗਵਾਨ ਇਹ ਕੀ? ਇੱਕ ਪਾਸੇ ਇੰਨਾ ਅਦਬ ਸਤਿਕਾਰ ਹੈ ਮੇਰਾ, ਤੇ ਉਹਨਾਂ ਨੇ ਕਿਹਾ ਵੀ ਤੂੰ ਨਿਗੁਰਾ ਹੈ, ਤੇਰਾ ਗੁਰੂ ਕੋਈ ਨਹੀਂ, ਇਸ ਕਰਕੇ ਤੇਰੇ ਬਹਿਣ ਦੇ ਨਾਲੇ ਜ਼ਮੀਨ ਵੀ ਪਿੱਟੀ ਜਾਂਦੀ, ਭ੍ਰਿਸ਼ਟ ਹੋ ਜਾਂਦੀ, ਮਿੱਟੀ ਚੁੱਕ ਕੇ ਬਾਹਰ ਸੁੱਟ ਦਿੰਦੇ ਅਸੀਂ। ਕਹਿੰਦੇ ਮੈਂ ਗੁਰੂ ਧਾਰਨ ਕਰਨਾ ਹੈ, ਨਾਰਦ ਜੀ ਨੇ ਕਿਹਾ। ਤੇ ਫਿਰ ਮਨ ਦੇ ਵਿੱਚ ਫੁਰਨਾ ਬਣਾ ਲਿਆ, ਕੱਲ ਸਵੇਰੇ ਜਿਹੜਾ ਵੀ ਬੰਦਾ ਮੇਰੇ ਮੱਥੇ ਲੱਗ ਗਿਆ, ਜਿਸ ਤਰ੍ਹਾਂ ਦਾ ਵੀ ਹੋਇਆ, ਮੈਂ ਉਹਨੂੰ ਗੁਰੂ ਧਾਰਨ ਕਰ ਲੈਣਾ। ਸਵੇਰ ਹੋਈ, ਬਾਹਰ ਨਿਕਲੇ। ਇੱਕ ਫੰਦਕ ਜਿਹੜਾ ਸੀ ਉਹ ਸ਼ਿਕਾਰ ਕਰਨ ਦੇ ਵਾਸਤੇ, ਪੰਛੀਆਂ ਨੂੰ ਫੜਨ ਵਾਸਤੇ ਜਾ ਰਿਹਾ ਸੀ। ਹੁਣ ਮਿਲ ਗਿਆ ਤੇ ਸੰਕਲਪ ਕੀਤਾ ਸੀ ਜਿਹੜਾ ਮਿਲੇਗਾ ਉਹਨੂੰ ਗੁਰੂ ਧਾਰਨ ਕਰ ਲੈਣਾ। ਫੰਦਕ ਨੂੰ ਗੁਰੂ ਧਾਰਨ ਕਰ ਲਿਆ। ਜਦੋਂ ਗੁਰੂ ਧਾਰਨ ਕੀਤਾ, ਕਹਿੰਦੇ ਵੀ ਹੁਣ ਮੈਨੂੰ ਕੋਈ ਉਪਦੇਸ਼ ਦੇ, ਮੈਨੂੰ ਸਮਝਾ, ਮੈਂ ਤੈਨੂੰ ਗੁਰੂ ਧਾਰਨ ਕੀਤਾ। ਫੰਦਕ ਨੇ ਜਿਹੜਾ ਜਾਲ ਸੀਗਾ ਉਹ ਚੁਕਵਾ ਦਿੱਤਾ। ਪੰਛੀ ਫੜੇ ਤੇ ਉਸ ਫੰਦਕ ਨੇ ਆਪਦੇ ਮੋਢੇ ਦੇ ਉੱਤੇ ਰੱਖ ਲਏ। ਮਨ ਦੇ ਵਿੱਚ ਗਲਾਨੀ ਵੀ ਨਾਰਦਾ ਕੀ ਕਰ ਲਿਆ, ਇਹ ਤਾਂ ਬਿਲਕੁਲ ਕਸਾਈ ਬੰਦਾ ਜਿਹਨੂੰ ਗੁਰੂ ਧਾਰਨ ਕਰ ਲਿਆ। ਗੁਰੂ ਤਾਂ ਹੁੰਦਾ ਜੋ ਦਇਆ ਭਾਵਨਾ ਦਾ ਹੋਵੇ, ਉਪਦੇਸ਼ ਦਿੰਦਾ ਹੋਵੇ ਧਰਮ ਦੀ। ਇਹ ਤਾਂ ਇੱਕ ਕਸਾਈ ਹੈ, ਪੰਛੀਆਂ ਨੂੰ ਫੜਦਾ, ਕੋਹ ਕੇ ਮਾਰ ਦਿੰਦਾ। ਮਨ ਦੇ ਵਿੱਚ ਸ਼ੰਕਾ ਆ ਗਿਆ। ਅਗਲੇ ਦਿਨ ਵਿਸ਼ਨੂੰ ਦਰਬਾਰ 'ਚ ਜਦੋਂ ਗਏ, ਸਿਰਫ ਘਟਨਾ ਦਾ ਜ਼ਿਕਰ ਕਰਾਂ, ਉਹ ਕਹਿੰਦੇ ਨਾਰਦ ਗੁਰੂ ਧਾਰਨ ਕਰ ਲਿਆ? ਕਹਿੰਦੇ ਹਾਂ ਕਰ ਤਾਂ ਲਿਆ ਵਾ। ਜਦੋਂ ਇੱਥੇ ਚੁੱਪ ਕਰ ਗਏ, ਕਹਿੰਦੇ ਫੇਰ? ਕਹਿੰਦਾ ਬਸ ਬਦਕਿਸਮਤੀ ਕਿ ਇੱਕ ਫੰਦਕ ਨੂੰ ਗੁਰੂ ਧਾਰਨ ਕਰ ਲਿਆ। ਉਹ ਕਹਿਣ ਲੱਗੇ ਵੀ ਗੁਰੂ ਜਦੋਂ ਧਾਰਨ ਕਰ ਲਈਏ ਫਿਰ ਮੁੜ ਕੇ ਉਹਦੇ ਤੇ ਸ਼ੰਕੇ ਨਹੀਂ ਕੀਤੇ ਜਾਂਦੇ। ਦੇਖੋ, ਇੱਕ ਫੰਦਕ ਨੂੰ ਗੁਰੂ ਧਾਰਨ ਕਰਕੇ ਉਹਦੇ ਪ੍ਰਤੀ ਵਿਸ਼ਨੂੰ ਕਹਿੰਦੇ ਤੂੰ ਇਹਦੇ ਤੇ ਹੁਣ ਸ਼ੰਕੇ ਨਾ ਕਰ, ਪਰ ਦੂਸਰਾ ਅਸੀਂ ਸਮਰੱਥ ਗੁਰੂ ਨੂੰ ਗੁਰੂ ਧਾਰਨ ਕਰਕੇ ਵੀ ਸ਼ੰਕੇ ਕਰੀ ਜਾਂਦੇ। ਲੱਖ ਲਾਹਨਤ ਹੈ ਸਾਡੇ ਤੇ। ਉਹ ਕਹਿੰਦੇ ਵੀ ਤੂੰ ਗੁਰੂ ਤੇ ਸ਼ੰਕਾ ਕਰਦਾ, 84 ਦੇ ਵਿੱਚ ਪਵੇਂਗਾ। ਹੁਣ ਤੂੰ ਗੁਰੂ ਤੇ ਸ਼ੰਕਾ ਕਰ ਲਿਆ। ਤੇ ਕਹਿੰਦੇ ਫਿਰ ਹੁਣ ਮੈਂ 84 ਤੋਂ ਛੁੱਟਾਂ ਕਿਵੇਂ? ਸ਼ੰਕਾ ਤੇ ਮੈਂ ਕਰ ਲਿਆ, 84 ਤਾਂ ਪਵਾਂਗਾ, ਛੁੱਟਾਂ ਕਿਵੇਂ? ਕਹਿੰਦੇ ਗੁਰੂ ਕੋਲ ਜਾ, ਉਹ ਜੁਗਤ ਦੇਗਾ। ਫੰਦਕ ਕੋਲ ਆਇਆ, ਕਹਿੰਦਾ ਜੀ ਤੁਹਾਨੂੰ ਗੁਰੂ ਧਾਰਨ ਕੀਤਾ, ਮੈਂ ਸ਼ੰਕਾ ਕਰ ਲਿਆ ਸੀ, ਹੁਣ ਮੈਨੂੰ ਇਹ ਪਤਾ ਲੱਗਾ ਮੈਂ 84 'ਚ ਪਵਾਂਗਾ ਤੇ ਮੈਨੂੰ ਹੁਣ ਛੁੱਟਣ ਦਾ ਕੋਈ ਰਾਹ ਦਿਓ। ਫੰਦਕ ਕਹਿੰਦਾ ਕੌਣ ਕਹਿੰਦਾ ਤੂੰ 84 ਦੇ ਵਿੱਚ ਪਵੇਂਗਾ? ਮੈਂ ਤੇਰਾ ਗੁਰੂ ਹਾਂ। ਤੇ ਗੁਰੂ ਹੀ ਕਾਹਦਾ ਜਿਹੜਾ ਤੈਨੂੰ 84 'ਚੋਂ ਨਾ ਛਡਾ ਸਕਿਆ? ਕਹਿੰਦੇ ਕਿੰਨੇ ਕਿਹਾ? ਕਹਿੰਦੇ ਜੀ ਵਿਸ਼ਨੂੰ ਨੇ ਕਿਹਾ ਤੂੰ 84 'ਚ ਪਵੇਂਗਾ। ਕਹਿੰਦੇ ਉਹਦੇ ਕੋਲ ਚਲਾ ਜਾ, ਉਹਨੂੰ ਕਹੀ ਜਿਸ 84 ਦੀ ਗੱਲ ਕਰਦੇ ਹੋ ਮੈਨੂੰ ਉਹਦਾ ਨਕਸ਼ਾ ਤੇ ਬਣਾ ਕੇ ਦਿਖਾਓ, 84 ਹੈ ਕਿਵੇਂ ਦੀ ਹੈ। ਜਦੋਂ ਨਕਸ਼ਾ ਬਣਾਉਣਗੇ ਉਹਦੇ ਉੱਤੇ ਲਿਟ ਜਾਈ, ਤੇਰੀ 84 ਕੱਟੀ ਜਾਊ। ਵਿਸ਼ਨੂੰ ਕੋਲ ਆਇਆ, ਕਹਿੰਦਾ ਜੀ ਨਕਸ਼ਾ ਤੇ ਬਣਾ ਕੇ ਦਿਖਾਓ, 84 ਦਾ ਗੇੜ ਹੁੰਦਾ ਕਿਸ ਤਰ੍ਹਾਂ ਦਾ? ਉਹਨਾਂ ਜ਼ਮੀਨ ਤੇ ਨਕਸ਼ਾ ਬਣਾਇਆ। ਕਹਿੰਦੇ ਉਸ ਨਕਸ਼ੇ ਦੇ ਉੱਤੇ ਲਿਟ ਗਿਆ। ਕਹਿੰਦਾ ਲਓ ਤੁਹਾਡੀ ਬਣਾਈ ਹੋਈ 84 ਮੈਂ ਇੱਥੇ ਮਿਟਾ ਕੇ ਰੱਖ ਦਿੱਤੀ। ਉਹ ਕਹਿੰਦੇ ਜੁਗਤ ਕਿੰਨੇ ਦਿੱਤੀ? ਕਹਿੰਦਾ ਉਸੇ ਗੁਰੂ ਫੰਦਕ ਨੇ। ਭਾਵ ਇਹ ਹੈ ਕਿ ਗੁਰੂ ਦੇ ਕੋਲ ਜੁਗਤ ਹੈ, ਗੁਰੂ ਤੇ ਕਦੀ ਸ਼ੰਕਾ ਨਾ ਕਰੀਏ। ਤਾਂ ਦਾਤਾਰ ਪਾਤਸ਼ਾਹ ਕਹਿੰਦੇ ਪੂਰਾ ਗੁਰੂ ਜਦੋਂ ਮਿਲ ਜਾਂਦਾ ਅਸੀਂ ਉਹਦੇ ਤੋਂ ਕੁਰਬਾਨ, ਤੇ ਸਿੱਖ ਦੇ ਧਨ ਭਾਗ ਉਹਨੂੰ ਪੂਰਾ ਗੁਰੂ ਮਿਲਿਆ। ਤੇ ਉਹ ਫਿਰ ਸਾਰੀਆਂ ਜੁਗਤੀਆਂ ਦੱਸਦਾ ਛੁੱਟਣਾ ਕਿਵੇਂ। ਤੇ ਸਾਹਿਬ ਜੀ ਕਹਿੰਦੇ ਤਾਂ ਕੁਰਬਾਨ ਜਿਤ ਮਿਲਿਆ ਖਸਮ ਸੰਭਾਲਿਆ, ਜਿਸ ਪੂਰੇ ਗੁਰੂ ਨੂੰ ਮਿਲ ਕੇ ਉਸ ਖਸਮ ਅਕਾਲ ਪੁਰਖ ਨੂੰ ਇਸ ਹਿਰਦੇ ਦੇ ਅੰਦਰ ਸੰਭਾਲਣਾ ਕੀਤਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨੇ ਹਾਲਿਆ। ਜਿਸ ਨੇ ਉਪਦੇਸ਼ ਦਿੱਤਾ ਪੂਰੇ ਗੁਰੂ ਨੇ, ਤੇ ਗਿਆਨ ਅੰਜਨ ਦੀਆ, ਗਿਆਨ ਰੂਪੀ ਸੁਰਮਾ ਇਹਨਾਂ ਹਿਰਦੇ ਦੇ ਨੇਤਰਾਂ ਵਿੱਚ ਪਾ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜਿਸ ਤਰ੍ਹਾਂ ਸੁਰਮਾ ਪਾਉਣ ਦੇ ਨਾਲ ਪੁਰਾਣੇ ਲੋਕ ਬੱਚਿਆਂ ਦੇ ਬੜਾ ਸੁਰਮਾ ਪਾਉਂਦੇ ਸੀਗੇ, ਪਰ ਹਾਂ ਘਰ ਦਾ ਪੀਸਿਆ ਹੋਇਆ। ਅੱਜ ਦੇ ਨਹੀਂ, ਇਹ ਕੈਮੀਕਲ ਲੋਕੀ ਤੇ ਕੋਲੇ ਪੀ ਕੇ ਵੇਚੀ ਜਾਂਦੇ ਨੇ। ਸੋ ਖੈਰ ਉਹਦੇ ਨਾਲ ਨਿਗਾਹ ਬੜੀ ਵਧਿਆ ਕਰਦੀ ਸੀਗੀ। ਅੱਜ ਤੇ ਉਹ ਚੀਜ਼ਾਂ ਖਤਮ ਹੋ ਗਈਆਂ ਨੇ। ਸੋ ਖੈਰ ਜਿਹੜਾ ਜ਼ਿਕਰ ਕਰਾਂ, ਜਿਸ ਤਰ੍ਹਾਂ ਉਹ ਸੁਰਮੇ ਦੇ ਨਾਲ ਬਾਹਰੀ ਹਨੇਰਾ ਮਿਟਦਾ ਹੈ, ਨਿਗਾਹ ਤੇਜ਼ ਹੁੰਦੀ, ਬਸ ਉਸ ਤਰ੍ਹਾਂ ਗੁਰੂ ਜਦੋਂ ਗਿਆਨ ਦਾ ਸੁਰਮਾ ਦਿੰਦਾ ਹਿਰਦੇ ਦੇ ਨੇਤਰਾਂ 'ਚ, ਅਗਿਆਨ ਅੰਧੇਰ ਵਿਨਾਸ਼ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ। ਤੇ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਨੇ ਉਪਦੇਸ਼ ਕਰਕੇ ਤਰਸ ਕਰਕੇ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ।
ਇਹਨਾਂ ਅੱਖਾਂ ਨੇ ਫਿਰ ਸੰਸਾਰ ਨੂੰ ਵੇਖਿਆ। ਅੱਖਾਂ ਤੇ ਪਹਿਲਾਂ ਹੀ ਸੰਸਾਰ ਨੂੰ ਵੇਖਦੀਆਂ ਸੀ, ਹੁਣ ਵੀ ਤੇ ਆਪਾਂ ਸਾਰਾ ਕੁਝ ਦੇਖ ਹੀ ਰਹੇ ਹਾਂ, ਪਰ ਹੁਣ ਜਿਹਨੂੰ ਵੇਣੇ ਆ ਉਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ। ਪਿਤਾ ਪਿਤਾ ਦਿਸਦਾ, ਭਰਾ ਭਰਾ ਦਿਸਦਾ, ਮਿੱਤਰ ਮਿੱਤਰ ਦਿਸਦਾ, ਦੁਸ਼ਮਣ ਦੁਸ਼ਮਣ ਦਿਸਦਾ, ਹਰ ਸਰੀਰ ਉਹਦੇ ਨਾਲ ਜਿਹੜਾ ਰਿਸ਼ਤਾ ਉਸ ਤਰ੍ਹਾਂ ਹੀ ਦਿਸਦਾ ਪਿਆ। ਪਰ ਜਦੋਂ ਗੁਰੂ ਨੇ ਗਿਆਨ ਰੂਪੀ ਅੰਜਨ ਦੇ ਕਰਕੇ ਇਹਨਾਂ ਹਿਰਦੇ ਦੇ ਨੇਤਰਾਂ 'ਚ ਪਾਇਆ ਤਾਂ ਇੰਨੀ ਨੇਤਰੀ ਜਗਤ ਨਿਹਾਲਿਆ। ਇਹਨਾਂ ਨੇਤਰਾਂ ਨੇ ਫਿਰ ਜਗਤ ਦੇ ਅੰਦਰ ਵੇਖਿਆ, ਚੰਗੀ ਤਰ੍ਹਾਂ ਸੰਸਾਰ ਨੂੰ ਤੱਕਿਆ। ਇੱਕ ਤਾਂ ਇਹ ਵੇਖਿਆ ਕਿ ਇਹ ਸਾਰਾ ਜਗਤ ਜਿਹੜਾ ਆਉਣਾ ਜਾਣਾ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ। ਇਹ ਸਾਰਾ ਕੁਝ ਜਿਹੜਾ ਇਹ ਬਸ ਉਸ ਚੜ੍ਹਦੇ ਹੋਏ ਤੇ ਛਿਪਦੇ ਹੋਏ ਸੂਰਜ ਦੀ ਨਿਆਈ ਹੈ। ਚੜ੍ਹਦਾ ਹੈ ਤੇ ਛਿਪ ਜਾਂਦਾ ਹੈ, ਜਗਤ ਦੇ ਜੀਵ ਆਉਂਦੇ ਤੇ ਤੁਰ ਜਾਂਦੇ। ਫਿਰ ਜਗਤ ਨਿਹਾਲਿਆ, ਸਾਰਿਆਂ ਦੇ ਅੰਦਰ ਵੇਖਿਆ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਅੰਦਰੋਂ ਕਰਤਾ ਅਕਾਲ ਪੁਰਖ ਪਰਮੇਸ਼ਰ ਰਵਿਆ ਹੋਇਆ ਹੈ। ਖਸਮ ਛੋੜ ਦੂਜੈ ਲੱਗੇ, ਡੁੱਬੇ ਸੇਵਨ ਜਾ ਰਿਹਾ। ਫਿਰ ਸਮਝ ਆਈ, ਜਿਹੜੇ ਆਪਣੇ ਖਸਮ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਦੂਜੇ ਲੱਗੇ, ਦਵੈਤ ਦੇ ਵਿੱਚ ਲੱਗੇ, ਫਿਰ ਦੂਜੇ ਅੰਨ੍ਯ ਦੇਵੀ ਦੇਵਤਿਆਂ ਦੀ ਉਪਾਸਨਾ ਪੂਜਾ ਵਿੱਚ ਲੱਗੇ, ਫਿਰ ਦੂਜੇ ਕਰਮ ਕਾਂਡ ਦੇ ਵਿੱਚ ਲੱਗੇ ਹੋਏ ਨੇ, ਸਿਰਫ ਸੰਸਾਰ ਦੀਆਂ ਵਾਸ਼ਨਾਵਾਂ ਵਿੱਚ ਲੱਗੇ ਹੋਏ ਨੇ, ਆਪਣੇ ਸਰੀਰ ਦੇ ਭੋਗ ਬਿਲਾਸਾਂ ਵਿੱਚ ਲੱਗੇ ਨੇ, ਸਿਰਫ ਸਰੀਰ ਦੀ ਸਾਰ ਸੰਭਾਲਣਾ ਤੱਕ ਲੱਗੇ ਨੇ। ਖਸਮ ਨੂੰ ਛੱਡ ਦਿੱਤਾ, ਡੁੱਬੇ ਸੇਵਨ ਜਾ ਰਿਹਾ। ਉਹ ਜਿਹੜੇ ਵਣਜਾਰੇ, ਉਹ ਵਪਾਰੀ ਨੇ, ਸੰਸਾਰ ਤੇ ਡੁੱਬ ਮੁਏ। ਉਹ ਜਿਸ ਕੰਮ ਦੇ ਵਾਸਤੇ ਆਏ ਸੀ ਉਹਨਾਂ ਦਾ ਪੂਰਾ ਨਾ ਹੋ ਸਕਿਆ, ਡੁੱਬ ਗਏ। ਜਿਵੇਂ ਕਈ ਦਫਾ ਘਾਟਾ ਪੈ ਜੇ ਤੇ ਆਪਾਂ ਕਹਿੰਦੇ ਮੈਂ ਤੇ ਡੁੱਬ ਗਿਆ। ਹੁਣ ਜ਼ਰੂਰੀ ਨਹੀਂ ਪਾਣੀ 'ਚ ਹੀ ਡੁੱਬਿਆ ਜਾਂਦਾ, ਕੋਈ ਕਹਿੰਦਾ ਮੈਂ ਕਰਜ਼ੇ 'ਚ ਡੁੱਬਿਆ ਪਿਆ। ਹੁਣ ਉੱਥੇ ਪਾਣੀ ਤੇ ਕੋਈ ਵੀ ਨਹੀਂ, ਬੰਦਾ ਕਵੇ ਤੂੰ ਤਾਂ ਚੰਗਾ ਭਲਾ ਖੜਾ, ਉਹ ਕਹਿੰਦਾ ਨਹੀਂ ਮੈਂ ਕਰਜ਼ੇ 'ਚ ਡੁੱਬਿਆ ਪਿਆ, ਮੈਂ ਚਿੰਤਾ ਦੇ ਵਿੱਚ ਡੁੱਬਿਆ ਪਿਆ, ਮੈਂ ਸੋਗ ਦੇ ਵਿੱਚ ਡੁੱਬਿਆ ਪਿਆ। ਖਸਮ ਨੂੰ ਮਾਲਕ ਨੂੰ ਛੱਡ ਕੇ ਜਿਹੜੇ ਦਵੈਤ ਦੇ ਵਿੱਚ ਲੱਗ ਗਏ, ਬਸ ਉਸ ਦਵੈਤ ਦੇ ਵਿੱਚ ਡੁੱਬ ਗਏ। ਉਹ ਰਾਗ ਦਵੈਖ ਈਰਖਾ ਦੇ ਵਿੱਚ ਡੁੱਬ ਗਏ, ਫਿਰ ਉਹ ਸੰਸਾਰ ਦੀਆਂ ਵਾਸ਼ਨਾਵਾਂ ਵਿੱਚ ਡੁੱਬ ਗਏ ਤੇ ਉਹ ਵਣਜਾਰੇ ਆਪਣਾ ਅਸਲ ਮਨੁੱਖਾ ਜਨਮ ਜਿਹੜਾ ਸੀ ਇਹਨੂੰ ਡੋਬ ਕੇ ਚਲੇ ਗਏ। ਡੁੱਬੇ ਸੇ ਵਣਜਾਰੇ ਆ, ਫਿਰ ਉਹ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਗਏ ਤੇ ਇੱਥੋਂ ਨਿਕਲ ਨਾ ਸਕੇ। ਪਰ ਹਾਂ, ਮੈਂ ਪਹਿਲਾਂ ਵੀ ਜ਼ਿਕਰ ਕਰਦਾ, ਨਿਰਾਸ਼ਤਾ ਨਾ ਕਰਿਓ ਕਿ ਹੁਣ ਤਾਂ ਡੁੱਬ ਹੀ ਗਏ, ਹੁਣ ਸਾਡਾ ਕੀ ਹੋ ਜਾਏਗਾ। ਸਭ ਇੱਕ ਬਚਨ ਕਹਿੰਦੇ, ਜੇ ਕੋ ਡੁੱਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਜੇ ਕੋਈ ਡੁੱਬਦਾ ਹੋਵੇ ਨਾ, ਉਹ ਫਿਰ ਪਰਮੇਸ਼ਰ ਨੂੰ ਯਾਦ ਕਰ ਲਏ, ਸੰਭਾਲ ਲਏ, ਤਾਂ ਮੇਰਾ ਮਾਲਕ ਸੱਚਾ ਦਾਤਾਰ ਉਹਨੂੰ ਫਿਰ ਆ ਕਰਕੇ ਉਹਦੀ ਬਾਹ ਫੜ ਲੈਂਦਾ। ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਰਵਾਹ ਨਾ ਕਰ, ਜੇ ਡੁੱਬਦਾ ਤਾਂ ਜਿਸ ਤਰ੍ਹਾਂ ਨਦੀ 'ਚ ਡੁੱਬਦਾ ਹੋਇਆ ਬੇੜੀ ਦਾ ਸਹਾਰਾ ਭਾਲਦਾ, ਸਤਿਗੁਰੂ ਹੈ ਬੋਹਿ ਥਾ ਵਿਰਲੇ ਕਿਨੈ ਵਿਚਾਰਿਆ। ਪੂਰਾ ਗੁਰੂ ਬੋਹਿਤ ਹੈ, ਜਹਾਜ਼ ਹੈ। ਜਦੋਂ ਰੋਜ਼ਾਨਾ ਅਰਦਾਸ 'ਚ ਸਿੱਖ ਸ਼ਬਦ ਪੜ੍ਹਦਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਗੁਰੂ ਕਾ ਸ਼ਬਦ ਤੇ ਪੂਰਾ ਗੁਰੂ ਜਹਾਜ਼ ਦੀ ਨਿਆਈ ਹੈ। ਪਰ ਵਿਰਲੇ ਕਿਨੈ ਵਿਚਾਰਿਆ, ਕਿਸੇ ਵਿਰਲੇ ਨੇ ਇਸ ਗੱਲ ਨੂੰ ਵਿਚਾਰਿਆ ਕਿ ਸਮਰੱਥ ਗੁਰੂ ਜਿਹੜਾ ਉਹ ਇਸ ਭਵਜਲ ਸਾਗਰ ਤੋਂ ਪਾਰ ਕਰਦਾ। ਇੱਕ ਬੋਹਿਤ ਦੀ ਨਿਆਈ, ਇੱਕ ਜਹਾਜ਼ ਦੀ ਨਿਆਈ ਹੈ। ਕਲਯੁਗ ਜਹਾਜ਼ ਅਰਜਨ ਗੁਰੂ, ਕਿ ਗੁਰੂ ਅਰਜਨ ਦੇਵ ਮਹਾਰਾਜ ਭੱਟ ਕਹਿੰਦੇ ਇਸ ਕਲਯੁਗ ਦਾ ਜਹਾਜ਼, ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਬਦ ਦੇ ਨਾਲ ਜੋ ਜੁੜਦਾ ਹੈ, ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਜਿਹੜਾ ਆਉਂਦਾ, ਗੁਰੂ ਅਰਜਨ ਦੇਵ ਮਹਾਰਾਜ ਉਹਨੂੰ ਤਾਰ ਦਿੰਦੇ। ਕਲਯੁਗ ਦੇ ਜਹਾਜ਼ ਨੇ ਗੁਰੂ ਅਰਜਨ ਦੇਵ ਪਾਤਸ਼ਾਹ। ਗੁਰੂ ਨਾਨਕ ਦੇਵ ਮਹਾਰਾਜ ਜੋ ਜ਼ਿਕਰ ਕਰ ਰਹੇ ਕਿ ਪੂਰਾ ਗੁਰੂ ਜਿਹੜਾ ਹੈ ਸਤਿਗੁਰੂ ਹੈ ਬੋਹਿਥਾ, ਪਰ ਦੁੱਖ ਇਹ ਹੈ ਵਿਰਲੇ ਕਿਨੈ ਵਿਚਾਰਿਆ। ਸਾਰਿਆਂ ਨੂੰ ਸਮਝ ਨਹੀਂ ਆਈ ਇਸ ਗੱਲ ਦੀ, ਕਿਸੇ ਵਿਰਲੇ ਨੇ, ਕਿਸੇ ਟਾਵੇਂ ਨੇ ਇਸ ਗੱਲ ਨੂੰ ਵਿਚਾਰਨਾ ਕੀਤਾ ਹੈ। ਬਾਕੀ ਤੇ ਮਾਫ ਕਰਿਓ, ਅੱਜ ਵੀ ਬਹੁਤ ਜ਼ਿਆਦਾ ਬਸ ਇਹ ਸਮਝਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਇੱਕ ਗਿਆਨ ਹੈ, ਸਿਰਫ ਇੱਕ ਗਿਆਨ ਦਾ, ਜਿਵੇਂ ਕਹਿ ਲਓ ਇੱਕ ਸਰੋਤ ਹੈ, ਗਿਆਨ ਦਾ ਜ਼ਰੀਆ ਹੈ। ਐਸੇ ਸ਼ਬਦ ਸੁਣਨ ਤੇ ਦੁਨੀਆ ਤੇ ਮਿਲਦੇ ਨੇ, ਪਰ ਨਹੀਂ, ਕੱਲਾ ਗਿਆਨ ਨਹੀਂ। ਮੈਂ ਬੇਨਤੀ ਕਰਦਾ ਹੁੰਦਾ, ਗਿਆਨ ਤੇ ਅਖਬਾਰ ਦੇ ਵਿੱਚ ਵੀ ਬੜਾ ਹੁੰਦਾ ਹੈ। ਸਵੇਰੇ ਜਦੋਂ ਉੱਠ ਕੇ ਅਖਬਾਰ ਫੜ ਕੇ ਬਹਿ ਜਾਂਦੇ ਹੋ, ਚਾਹ ਪੀਣ ਲੱਗੇ, ਸਾਰੀ ਦੁਨੀਆ ਦਾ ਗਿਆਨ ਉਹਦੇ 'ਚ ਭਰਿਆ ਪਿਆ ਹੁੰਦਾ। ਫਲਾਣੇ ਸ਼ਹਿਰ 'ਚ ਇੰਨਾ ਕੁਛ ਹੋ ਗਿਆ, ਫਲਾਣੇ ਸ਼ਹਿਰ 'ਚ ਬਿਮਾਰੀ ਇੰਨੀ ਫੈਲ ਗਈ, ਫਲਾਣੇ ਸ਼ਹਿਰ 'ਚ ਇੰਨੇ ਮਰ ਗਏ, ਫਲਾਣੇ ਮੁਲਕ ਦੇ ਵਿੱਚ ਆ ਹੋ ਗਿਆ। ਆਪਣੇ ਘਰੇ ਬੈਠੇ ਅਸੀਂ 7 ਸਮੁੰਦਰੋਂ ਪਾਰ ਦੀ ਖਬਰ ਲੈ ਲੈਂਦੇ ਹਾਂ। ਕਿੰਨਾ ਗਿਆਨ ਹੈ ਉਸ ਅਖਬਾਰ ਦੇ ਵਿੱਚ, ਦੁਨੀਆ ਭਰ ਦਾ ਗਿਆਨ ਉਹ 'ਚ ਸਮਾਇਆ।
पर सवेरे उठ के उस न्यूज़पेपर नूं कोई मत्था टेकदा भी मैं चाह पीण तो पहले इहनूं टेबल ते रख के दी धूफ बत्ती करके इहनूं नमस्कार करांगा क्योंकि इहदे च ज्ञान बड़ा है। जे दुख आ जे तो कोई बंदा घरे लाइब्रेरी विच पईआं होईआं आम किताबां जिहड़ियां उन्हां दे अगे खड़ के अरदास करदा भी इन्हां च ज्ञान बड़ा है जी। एक BA MA PhD करदा है, उहदियां किताबां च किन्ना ज्ञान है, जिहड़ी डिग्री कर रहा सारा ज्ञान उह किताबां च है। पर कदी वो विद्यार्थी सवेरे उठ के इन्हां नूं मत्थे ते नहीं टेकदा, उन्हां अगे अरदास तां नहीं करदा भी मैं तुहाडे अगे अरदास करदा मेरे घरे आ दुख है मिटा दिओ। ज्ञान जे सिर्फ कह दईए तो किताबां अखबारां च पेपरां च बड़ा है, उन्हां अगे कोई अरदासां नहीं करदा, उन्हां अगे कोई नमस्कारां नहीं करदा, उन्हां अगे पंचामृत कड़ाह प्रसाद नहीं कोई चढ़ाउंदा, उन्हां अगे अपणियां भावनावां नहीं कोई अर्पण करदा, उन्हां अगे भेटावां नहीं कोई देंदा। जे कहिए गुरु ग्रंथ साहिब कल्ला ज्ञान है तो माफ़ करियो, फिर गुरु ग्रंथ साहिब अगे अरदासां ना कोई करदा, कोई आकर के सोहणे रुमाले ना भेंट करदा, कोई गुरु ग्रंथ साहिब महाराज अगे के दुख ना रोंदा। ये कल्ला ज्ञान नहीं, ये प्रगट गुणां की देह है। ये धन गुरु नानक देव महाराज का साक्षात स्वरूप ਹਨ सतगुरु। ਤਾਂ ਸਾਹਿਬ ਕਹਿੰਦੇ ਕਿਸੇ ਵਿਰਲੇ ਨੇ ਇਸ ਗੱਲ ਨੂੰ ਵਿਚਾਰਨਾ ਕੀਤਾ ਤੇ ਜਦੋਂ ਪੂਰੇ ਗੁਰੂ ਦੇ ਨਾਲ ਜੁੜ ਗਏ, ਕਰ ਕਿਰਪਾ ਪਾਰ ਉਤਾਰਿਆ। ਹਜੂਰ ਦਾਤਾਰ ਪਾਤਸ਼ਾਹ ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕਰਕੇ ਪਾਰ ਉਤਾਰ ਦਿੱਤਾ, ਇਸ ਡੁੱਬਦੇ ਸਾਗਰ ਦੇ ਵਿੱਚੋਂ ਪਾਰ ਕਰ ਦਿੱਤਾ। कैसे? ਜਦੋਂ ਬਾਣੀ ਅੰਦਰ ਇੱਕ ਬਚਨ ਪੜ੍ਹਦੇ ਹੋ ਕਿ ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ। ਇਸ ਸੰਸਾਰ ਸਮੁੰਦਰ ਤੋਂ ਉਹ ਤਰਦਾ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਕੇ ਵਸਦਾ ਤੇ ਹਰ ਗੁਣ ਗਾਏ, ਹਰੀ ਦੇ ਗੁਣਾਂ ਨੂੰ ਗਾਉਂਦਾ ਹੈ। ਨਾਲ ਫਿਰ ਇੰਜ ਅਰਦਾਸਾਂ ਵੀ ਕਰਿਆ ਕਰੀਏ ਜੇ ਪਾਰ ਹੋਣਾ ਚਾਹੁੰਦੇ। ਦੇਖੋ ਇੱਕ ਉਦਾਹਰਨ ਦਵਾਂ, ਨਦੀ ਤੇ ਜਾਂਦੇ ਆ ਤੇ ਮਲਾਹ ਨੂੰ ਕਹਿਣਾ ਪੈਂਦਾ ਵੀ ਅਸੀਂ ਪਾਰ ਹੋਣਾ ਸਾਨੂੰ ਬਿਠਾ ਲਾ। ਕਈ ਦਫਾ ਚਲੋ ਪੁੱਛਦਾ ਪਰ ਉਹ ਧੱਕੇ ਨਾਲ ਇਹ ਨਹੀਂ ਕਹਿੰਦਾ ਹੁੰਦਾ ਤੂੰ ਬਹਿ ਹੀ ਜਾ ਮੈਂ ਤੈਨੂੰ ਲੈ ਹੀ ਜਾਣਾ, ਨਹੀਂ, ਪੁੱਛਦਾ ਜ਼ਰੂਰ ਹੈ ਵੀ ਤੂੰ ਜਾਣਾ ਚਾਹੁੰਦਾ। ਤੇ ਜੇ ਆਪਾਂ ਹਾਮੀ ਭਰਦੀ ਹਾਂ ਮੈਂ ਜਾਣਾ ਚਾਹੁੰਦਾ ਤੇ ਉਹ ਫਿਰ ਰੇਟ ਮੁਕਾ ਕਰਕੇ ਬਿਠਾ ਲੈਂਦਾ। ਕਈ ਵਾਰ ਆਪ ਕਹੀਦਾ ਕਿ ਭਾਈ ਮੈਂ ਪਾਰਲੇ ਪਾਸੇ ਜਾਣਾ ਹੈ। ਇਸੇ ਤਰ੍ਹਾਂ ਗੁਰੂ ਪੁੱਛਦਾ ਸਿੱਖ ਨੂੰ ਤੇਰੇ ਅੰਦਰ ਜਗਿਆਸਾ ਹੈ ਭਵਜਲ ਸਾਗਰ ਤੋਂ ਪਾਰ ਹੋਣ ਦੀ? ਜੇ ਸਿੱਖ ਕਵੇ ਹਾਂ, ਫਿਰ ਗੁਰੂ ਰਹਿਮਤਾਂ ਵਰਸਾ ਦਿੰਦਾ। ਪਰ ਇਹ ਨਹੀਂ, ਪਾਰੀ ਮਲਾਹ ਤੇ ਹੋ ਸਕਦਾ ਥੋੜਾ ਬਹੁਤਾ ਵਾਰ-ਵਾਰ ਪੁੱਛ ਲੈ, ਵਾਰ-ਵਾਰ ਧੱਕਾ ਕਰ ਲੈ, ਪਰ ਗੁਰੂ ਨਹੀਂ ਇਸ ਤਰ੍ਹਾਂ ਕਹਿੰਦਾ ਵੀ ਮੈਂ ਤੈਨੂੰ ਪਾਰ ਕਰਨਾ ਹੀ ਚਾਹਣਾ, ਤੂੰ ਭੱਜੀ ਜਾਵੇਂ ਤੇ ਗੁਰੂ ਕਵੇ ਨਹੀਂ ਮੈਂ ਤੇ ਤੈਨੂੰ ਪਾਰ ਕਰਨਾ ਹੀ। ਪਰ ਗੁਰੂ ਪੁੱਛਦਾ ਜ਼ਰੂਰ ਹੈ, ਜੇ ਤੂੰ ਇਹਨਾਂ ਵਾਸ਼ਨਾਵਾਂ ਦੇ ਵਿੱਚ ਦੁਖੀ ਹੈ ਆ, ਜੇ ਪਾਰ ਹੋਣਾ ਚਾਹਣਾ ਮੈਂ ਤੈਨੂੰ ਭਵਜਲ ਤੋਂ ਪਾਰ ਕਰ ਦੇਵਾਂ। ਫਿਰ ਗੁਰੂ ਨੂੰ ਆਪ ਕਹੀਏ ਕਿ ਸਤਿਗੁਰੂ ਕਿਰਪਾ ਕਰ, ਸਾਨੂੰ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਇਸ ਤਰ੍ਹਾਂ ਬੇਨਤੀਆਂ ਕਰਿਆ ਕਰੀਏ ਕਿ ਸਤਿਗੁਰੂ ਮੋਕੋ ਬਾਹ ਦੇ ਬਾਹ ਦੇ ਬਾਹ ਦੇ ਬਾਪ ਬੀਠੁਲਾ। ਇਸ ਤਰ੍ਹਾਂ ਵੀ ਬੇਨਤੀਆਂ ਕਰਿਆ ਕਰੀਏ, ਮੈਂ ਅਜਾਨ ਜਨ ਤਰ ਭੀ ਨਾ ਜਾਨੋ, ਕਿ ਐ ਸਤਿਗੁਰੂ ਕਿਰਪਾ ਕਰ ਮੈਂ ਅਣਜਾਣ ਆ, ਮੈਂ ਅਜਾਨ ਜਨ ਤਰ ਭੀ ਨਾ ਜਾਨੋ, ਬਾਪ ਬੀਠੁਲਾ ਬਾਹ ਦੇ। ਇਸ ਤਰ੍ਹਾਂ ਬੇਨਤੀਆਂ ਕਰਿਆ ਕਰੀਏ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ, ਕਿ ਐ ਸਤਿਗੁਰੂ ਸੰਸਾਰ ਸਮੁੰਦਰ ਤੋਂ ਸਾਨੂੰ ਤਾਰ ਲਾ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਚਨ ਕਰਦੇ ਕਰ ਕਿਰਪਾ ਪਾਰ ਉਤਾਰਿਆ। ਪੂਰੇ ਗੁਰੂ ਨੇ ਕਿਰਪਾ ਕੀਤੀ, ਸਵੱਲੀ ਨਿਗਾਹ ਕੀਤੀ, ਸਿੱਖ ਦੀ ਘਾਲਣਾ ਤੇ ਤਰਸ ਆ ਗਿਆ ਪੂਰੇ ਗੁਰੂ ਨੂੰ। ਤੇ ਸਾਹਿਬ ਜੀ ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕਰਕੇ ਪਾਰ ਉਤਾਰਾ ਜਿਹੜਾ ਉਹ ਕਰ ਦਿੱਤਾ ਹੈ। ਇੰਜ ਹਜੂਰ ਦਾਤਾਰ ਪਾਤਸ਼ਾਹ ਤਰਸ ਦੇ ਘਰ ਵਿੱਚ ਆ ਕੇ ਇਸ ਪਾਵਨ 13ਵੇਂ ਸ਼ਲੋਕ ਦੇ ਅੰਦਰ ਇਸ ਸਰੀਰ ਦੀ ਮਹਾਨਤਾ ਸਮਝਾਈ। ਇਹ ਸਾਰਿਆਂ ਤੋਂ ਸ਼੍ਰੋਮਣੀ ਉੱਤਮ ਮਹਾਨ ਮੇਰੂ ਦੀ ਸਮਾਨ ਹੈ, ਇਹਨੂੰ ਸੰਭਾਲ। ਯੁੱਗਾਂ ਦੀ ਬਾਬਤ ਸਾਹਿਬ ਜੀ ਨੇ ਨਿਰਣਾ ਦਿੱਤਾ ਕਿ ਹਰ ਯੁੱਗ ਦੇ ਅੰਦਰ ਕੀ ਹੈ। ਫਿਰ ਇਸ ਸਮੇਂ ਜਿਸ ਤਰ੍ਹਾਂ ਤੇਰਾ ਮਨ ਹੈ, ਜੇ ਤੂੰ ਸੱਤ ਕਮਾਉਣਾ ਤੇ ਸਤਯੁਗ ਦੇ ਅੰਦਰ ਜਿਉ ਰਿਹਾ, ਜਤ ਕਮਾ ਰਿਹਾ, ਸਤ ਕਮਾ ਰਿਹਾ, ਤੇ ਜੇ ਤੂੰ ਵਾਸ਼ਨਾ ਵਿੱਚ ਹੈ ਤੇ ਫਿਰ ਤੇਰੇ ਵਾਸਤੇ ਗੁਰੂ ਘਰ ਬੈਠਿਆਂ ਹੋਇਆਂ ਵੀ ਤੇਰੇ ਵਾਸਤੇ ਕਲਯੁਗ ਹੈ। ਫਿਰ ਸਾਹਿਬ ਨੇ ਕੁਝ ਭੇਖਾਂ ਦਾ ਵਰਣਨ ਕੀਤਾ, ਪਰ ਇਹ ਦੱਸਿਆ ਕਿ ਭਾਉ ਭਗਤ ਕਰ ਨੀਚ ਸਦਾਏ ਤਾਂ ਉਹ ਨਾਨਕ ਮੁਖ ਅੰਤਰ ਪਾਏ। ਪੌੜੀ ਅੰਦਰ ਸਾਹਿਬ ਨੇ ਸਮਝਾਇਆ ਪੂਰੇ ਗੁਰੂ ਤੋਂ ਕੁਰਬਾਨ ਜਾ, ਪੂਰਾ ਗੁਰੂ ਬੋਹਿਤ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ। ਸੋ ਇੱਥੇ ਗੁਰੂ ਰਹਿਮਤ ਦੇ ਸਦਕਾ 13 ਸ਼ਲੋਕ ਸੰਪੂਰਨ ਹੋਏ ਨੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼, ਨਿਵਾਜਨਾ ਕਰਨ। ਸਤਿਗੁਰੂ ਹੈ ਬੋਹਿਥ ਵਿਰਲੇ ਕਿਨੈ ਵਿਚਾਰਿਆ,
ਕਰ ਕਿਰਪਾ ਪਾਰ ਉਤਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ